Good morning everyone, this is Sandeep Kaur, your social science teacher, and as we all know that we are discussing the features of democracy, and our first feature was major decisions by elected leaders. Today we will discuss the next feature, that is free and fair electoral competition. Okay. ਇਹਦੇ ਵਿੱਚ ਬੇਟਾ ਦੋ ਐਗਜ਼ਾਮਪਲਸ ਉਹਨਾਂ ਦਿੱਤੀਆਂ ਹੋਈਆਂ, ਫਸਟ ਇਜ਼ ਫਰੋਮ ਚਾਈਨਾ ਐਂਡ ਸੈਕੰਡ ਇਜ਼ ਫਰੋਮ ਮੈਕਸੀਕੋ। ਠੀਕ ਹੈ, ਫਸਟ ਆਫ ਆਲ ਕਮ ਔਨ ਦਾ ਚਾਈਨਾ ਵਿੱਚ ਕੀ ਹੈ ਬੇਟਾ, ਰੈਗੂਲਰਲੀ ਹਰ 5 ਸਾਲ ਬਾਅਦ ਜਿਹੜਾ ਉੱਥੇ ਇਲੈਕਸ਼ਨਸ ਹੁੰਦੀਆਂ ਨੇ, ਔਰ ਉੱਥੇ ਜਿਹੜੀ ਪਾਰਲੀਮੈਂਟ ਹੈ ਨੈਸ਼ਨਲ ਪੀਪਲ ਕਾਂਗਰਸ, ਉਹਨਾਂ ਦੀ ਪਾਰਲੀਮੈਂਟ ਦਾ ਨਾਮ ਹੈ, ਉੱਪਰ ਜਿਹੜਾ ਨਾਮ ਦਿੱਤਾ ਹੋਇਆ ਉਹਨਾਂ ਨੇ ਕੁਆਨਗੋ ਰੈਨਮਿਨ ਐਂਡ ਡੁਆਬੋ ਦੁਹਾਈ। ਠੀਕ ਹੈ, ਉਹ ਚਾਈਨੀਜ਼ ਲੈਂਗੁਏਜ ਵਿੱਚ ਹੈ, ਸੋ ਇਸ ਕਰਕੇ ਪੜ੍ਹਨ 'ਚ ਵੀ ਡਿਫੀਕਲਟੀ ਆਉਂਦੀ ਹੈ ਔਰ ਅੰਡਰਸਟੈਂਡਿੰਗ 'ਚ। ਉਹਦੇ ਨਾਲ ਜਿਹੜਾ ਇਹਦਾ ਇੰਗਲਿਸ਼ ਟਰਾਂਸਲੇਸ਼ਨ ਹੈ ਉਹ ਕੀ ਹੈ, ਨੈਸ਼ਨਲ ਪੀਪਲਸ ਕਾਂਗਰਸ। ਠੀਕ ਹੈ, ਉਹਨਾਂ ਦੀ ਪਾਰਲੀਮੈਂਟ ਜਿਹੜੀ ਹੈ ਉਹਦਾ ਨਾਮ ਹੈ ਨੈਸ਼ਨਲ ਪੀਪਲ ਕਾਂਗਰਸ। ਸੋ ਇਹ ਨੈਸ਼ਨਲ ਪੀਪਲ ਕਾਂਗਰਸ ਦੇ ਵਿੱਚ ਮੈਕਸੀਮਮ 3000 ਜਿਹੜੇ ਮੈਂਬਰਸ ਨੇ ਉਹ ਹੈਗੇ ਨੇ। ਠੀਕ ਹੈ, ਜਿਵੇਂ ਆਪਣੀ ਪਾਰਲੀਮੈਂਟ ਜਿਹੜੀ ਹੈ ਇਹਦੇ ਵਿੱਚ ਆਪਣੇ ਲੋਕ ਸਭਾ ਐਂਡ ਰਾਜ ਸਭਾ ਹੈ। ਲੋਕ ਸਭਾ ਦੇ ਵਿੱਚ ਜਿਹੜੇ 443 ਮੈਂਬਰਸ ਐਂਡ ਜਿਹੜੀ ਰਾਜ ਸਭਾ ਹੈ ਉਹਦੇ ਵਿੱਚ 240 ਜਿਹੜੇ ਨੇ 3 ਮੈਂਬਰਸ ਜਿਹੜੇ ਨੇ ਉਹ ਇਲੈਕਟ ਕੀਤੇ ਜਾਂਦੇ ਆ। ਠੀਕ ਹੈ, ਸੋ ਇਸ ਤਰ੍ਹਾਂ ਨਾਲ ਹੀ ਉਹ ਜਿਹੜਾ ਹੈਗਾ ਹੈ ਇਹ ਚੀਨ ਦੀ ਪਾਰਲੀਮੈਂਟ ਹੈ, ਔਰ ਇੱਥੇ 3000 ਮੈਂਬਰਸ ਜਿਹੜੇ ਨੇ ਉਹਨਾਂ ਨੂੰ ਸਾਰੇ ਚਾਈਨਾ 'ਚੋਂ ਇਲੈਕਟ ਕੀਤਾ ਜਾਂਦਾ ਹੈ। ਬਟ ਬੇਟਾ ਇਹ ਜਿਹੜੇ 3000 ਮੈਂਬਰਸ ਨੇ ਉਹ ਕੌਣ ਨੇ, ਕਿਹੜਾ ਪਰਸਨ ਹੈ ਜਿਹੜਾ ਇਹਨਾਂ 3000 ਮੈਂਬਰਸ ਵਿੱਚੋਂ ਇੱਕ ਬਣ ਸਕਦਾ ਹੈ, ਯਾਨੀ ਕਿ ਉਹ ਇਲੈਕਟ ਕੀਤਾ ਜਾ ਸਕਦਾ ਹੈ ਜਾਂ ਉਹ ਰਿਪਰੈਜ਼ੈਂਟੇਟਿਵ ਬਣ ਸਕਦਾ ਹੈ, ਇਲੈਕਸ਼ਨਸ ਨੂੰ ਕੰਟੈਸਟ ਕਰ ਸਕਦਾ ਹੈ। ਉਹਦੇ ਲਈ ਉਹਨਾਂ ਨੇ ਕੰਡੀਸ਼ਨਸ ਰੱਖੀਆਂ ਹੋਈਆਂ ਹਨ। ਦੇਖੋ ਕੀ ਕੰਡੀਸ਼ਨਸ ਨੇ ਕਿ ਫਸਟ ਆਫ ਆਲ ਹੀ ਔਰ ਸ਼ੀ ਸ਼ੁੱਡ ਬੀ ਮੈਂਬਰ ਆਫ ਚਾਈਨੀਜ਼ ਕਮਿਊਨਿਸਟ ਪਾਰਟੀ। ਉਹਨੂੰ ਜ਼ਰੂਰੀ ਹੈ ਕਿ ਉਹ ਸਿਰਫ ਕਮਿਊਨਿਸਟ ਪਾਰਟੀ ਦਾ ਹੀ ਮੈਂਬਰ ਹੋਏ, ਜਾਂ ਜਿਹੜੀਆਂ ਛੋਟੀਆਂ ਸਮੌਲ 8 ਪਾਰਟੀਜ਼ ਨੇ ਚਾਈਨਾ ਦੇ ਵਿੱਚ ਜਿਹੜੀਆਂ ਕਿ ਅਲਾਈਡ ਨੇ, ਅਲਾਈਡ ਮਤਲਬ ਜਿਨ੍ਹਾਂ ਦੇ ਨਾਲ ਗੱਠ ਜੋੜ ਹੈ ਜਿਹੜੀ ਕਮਿਊਨਿਸਟ ਪਾਰਟੀ ਉਹਦੀਆਂ ਅਲਾਈਡ ਜਿਹੜੀਆਂ ਪਾਰਟੀਜ਼ ਨੇ, 8 ਪਾਰਟੀਜ਼ ਨੇ ਛੋਟੀਆਂ, ਉਹਨਾਂ ਦੇ ਮੈਂਬਰਸ ਜਿਹੜੇ ਨੇ ਉਹ ਵੀ ਇਲੈਕਸ਼ਨਸ ਨੂੰ ਕੰਟੈਸਟ ਕਰ ਸਕਦੇ ਆ। ਬਟ ਫਸਟ ਆਫ ਆਲ ਉਹਨਾਂ ਨੂੰ ਕੀ ਕਰਨਾ ਪਏਗਾ, ਉਹਨਾਂ ਨੂੰ ਚਾਈਨੀਜ਼ ਪਾਰਟੀ ਜਿਹੜੀ ਹੈ ਉਹਦੇ ਦੁਆਰਾ ਦਿੱਤਾ ਗਿਆ ਇੱਕ ਜਿਹੜਾ ਫਾਰਮ ਹੈ ਉਹ ਫਿਲ ਕਰਨਾ ਪਏਗਾ ਕਿ ਉਹ ਚਾਈਨੀਜ਼ ਪਾਰਟੀ ਦੇ ਜਿਹੜੇ ਸਾਰੇ ਦੇ ਸਾਰੇ ਕੰਡੀਸ਼ਨਸ ਨੇ ਜਾਂ ਉਹਨਾਂ ਦੇ ਜਿਹੜੇ ਰੂਲ ਰੈਗੂਲੇਸ਼ਨਸ ਨੇ ਉਹਦੇ ਨਾਲ ਐਗਰੀ ਕਰਦੇ ਨੇ, ਔਰ ਉਹਦੀ ਕਮਿਊਨਿਸਟ ਪਾਰਟੀ ਚਾਈਨੀਜ਼ ਕਮਿਊਨਿਸਟ ਪਾਰਟੀ ਦੀ ਅਪਰੂਵਲ ਤੋਂ ਬਾਅਦ ਹੀ, ਉਹਨਾਂ ਦੀ ਮਾਨਤਾ ਮਿਲਣ ਤੋਂ ਬਾਅਦ ਹੀ ਕੋਈ ਮੈਂਬਰ ਜਿਹੜਾ ਹੈ ਉਹ ਇਲੈਕਸ਼ਨ ਕੰਟੈਸਟ ਕਰ ਸਕਦਾ ਹੈ, ਚੋਣ 'ਚ ਵੀ ਹਿੱਸਾ ਲੈ ਸਕਦਾ ਹੈ। ਠੀਕ ਹੈ, ਸੋ ਅਗਰ ਉਹ ਪਾਰਟੀ ਦਾ ਹੀ ਮੈਂਬਰ ਹੈ, ਠੀਕ ਹੈ, ਉਹਨੂੰ ਅਪਰੂਵਲ ਚਾਹੀਦੀ ਹੈ, ਦੈਨ ਉਹ ਕਦੀ ਵੀ ਉਸ ਪਾਰਟੀ ਨੂੰ ਕ੍ਰਿਟੀਸਾਈਜ਼ ਨਹੀਂ ਕਰ ਸਕਦਾ। ਉਹ ਵਾਲਾ ਮੈਂਬਰ ਜਿਹੜਾ ਹੈ, ਉਹ ਪਰਸਨ ਜਿਹੜਾ ਇਲੈਕਸ਼ਨ ਕੰਟੈਸਟ ਕਰ ਰਿਹਾ ਹੈ, ਕਮਿਊਨਿਸਟ ਪਾਰਟੀ ਤੋਂ ਅਪਰੂਵਲ ਲੈ ਕੇ ਕਰ ਰਿਹਾ ਹੈ, ਦੈਨ ਉਹ ਕਦੇ ਵੀ ਉਸ ਪਾਰਟੀ ਦੇ ਆਪੋਜਿਟ ਨਹੀਂ ਜਾ ਸਕਦਾ, ਉਹ ਉਸ ਪਾਰਟੀ ਤੋਂ ਜਿਹੜਾ ਕ੍ਰਿਟੀਸਾਈਜ਼ ਨੂੰ ਨਹੀਂ ਕਰ ਸਕਦਾ। ਦੈਨ ਇੱਕ ਹੀ ਪਾਰਟੀ ਦੀ ਗਵਰਨਮੈਂਟ ਜਿਹੜੀ ਉਹ ਕੰਟੀਨਿਊਸਲੀ ਰਿਪੀਟ ਹੋ ਰਹੀ ਹੈ ਚਾਈਨਾ ਦੇ ਵਿੱਚ, ਜਿਹੜੀ ਕਿ ਕਮਿਊਨਿਸਟ ਪਾਰਟੀ ਆਫ ਚਾਈਨਾ ਹੈ। ਠੀਕ ਹੈ, ਹੋਰ ਕੋਈ ਵੀ ਪਾਰਟੀ ਉੱਥੇ ਨਾ ਤਾਂ ਕੋਈ ਪਾਰਟੀ ਬਣਾ ਸਕਦਾ ਇਸ ਤੋਂ ਇਲਾਵਾ, ਔਰ ਨਾ ਹੀ ਕੋਈ ਕਿਸੇ ਹੋਰ ਤੁਸੀਂ ਕਹਿ ਸਕਦੇ ਹੋ ਕਿ ਡੈਮੋਕ੍ਰੇਟਿਕ ਵੈਲਿਊਜ਼ ਨੂੰ ਲੈ ਕੇ ਜਾਂ ਕਿਸੇ ਹੋਰ ਫਾਰਮ ਆਫ ਗਵਰਨਮੈਂਟ ਨੂੰ ਲੈ ਕੇ ਇਲੈਕਸ਼ਨਸ ਜਿਹੜੇ ਨੇ ਉਹ ਕੰਟੈਸਟ ਕਰ ਸਕਦਾ ਹੈ। ਠੀਕ ਹੈ, ਅਗਰ ਕੋਈ ਪਰਸਨ ਕਮਿਊਨਿਸਟ ਪਾਰਟੀ ਦੇ ਵਿਰੁੱਧ ਬੋਲਦਾ ਹੈ, ਦੈਨ ਉਹਦੇ ਤੇ ਡਾਇਰੈਕਟਲੀ ਜਿਹੜਾ ਹੈ ਉਹ ਦੇਸ਼ ਧਰੋਹ ਦਾ ਕੇਸ ਕਰਕੇ ਉਹਨੂੰ ਜੇਲ੍ਹ ਦੇ ਵਿੱਚ ਸੁੱਟਣ ਦਾ ਜਿਹੜੀ ਪ੍ਰੋਵੀਜ਼ਨ ਹੈ ਉਹ ਬਣੀ ਹੋਈ ਹੈ। ਠੀਕ ਹੈ, ਨੈਕਸਟ ਐਗਜ਼ਾਮਪਲ ਬੇਟਾ ਆਪਾਂ ਲੈ ਰਹੇ ਹਾਂ ਫਰੋਮ ਮੈਕਸੀਕੋ ਵਿੱਚ ਕੀ ਹੁੰਦਾ ਹੈ ਬੇਟਾ, ਉਹ ਥੋੜਾ ਚਾਈਨਾ ਨਾਲੋਂ ਹਟ ਕੇ ਹੈ। ਹੁਣ ਚਾਈਨਾ ਵੀ ਦੇਖੋ, ਚਾਈਨਾ ਦੀ ਅਗਰ ਆਪਾਂ ਗੱਲ ਕਰੀਏ ਦੈਨ ਉੱਥੇ ਵੀ ਕੰਟੀਨਿਊਸਲੀ ਇਲੈਕਸ਼ਨਸ ਹੋ ਰਹੇ ਨੇ, ਬਟ ਵੀ ਕਾਂਟ ਸੇ ਦੈਟ ਇਜ਼ ਅ ਡੈਮੋਕ੍ਰੇਟਿਕ ਨੇਸ਼ਨ ਬਿਕੋਜ਼ ਦਾ ਇਲੈਕਸ਼ਨਸ ਆਰ ਨਾਟ ਫ੍ਰੀ ਐਂਡ ਫੇਅਰ। ਉਹਦੇ ਤੇ ਪੂਰੀ ਤਰ੍ਹਾਂ ਕਿਹਦਾ ਕੰਟਰੋਲ ਹੈ, ਚਾਈਨੀਜ਼ ਜਿਹੜੀ ਕਮਿਊਨਿਸਟ ਪਾਰਟੀ ਉਹਦਾ ਪੂਰੀ ਤਰ੍ਹਾਂ ਕੰਟਰੋਲ ਹੈ। ਸੋ ਨੈਕਸਟ ਐਗਜ਼ਾਮਪਲ ਹੈ ਮੈਕਸੀਕੋ ਵਿੱਚ ਬੇਟਾ ਕੀ ਹੁੰਦਾ ਹੈ, ਕਹਿੰਦਾ ਕਿ ਹਰ 1930 ਵਿੱਚ ਜਦੋਂ ਉਹਨੂੰ ਇੰਡੀਪੈਂਡੈਂਸ ਮਿਲਦੀ ਹੈ, ਉਸ ਤੋਂ ਬਾਅਦ ਮੈਕਸੀਕੋ ਵਿੱਚ ਹਰ 6 ਸਾਲ ਬਾਅਦ ਜਿਹੜਾ ਹੈ ਪ੍ਰੈਜ਼ੀਡੈਂਟ ਯਾਨੀ ਕਿ ਰਾਸ਼ਟਰਪਤੀ ਦੀ ਚੋਣ ਦੇ ਲਈ ਇਲੈਕਸ਼ਨਸ ਜਿਹੜੇ ਨੇ ਉਹ ਕੀਤੇ ਜਾਂਦੇ ਨੇ। ਠੀਕ ਹੈ, ਔਰ ਉਹ ਕੰਟਰੀ ਜਿਹੜੀ ਹੈਗੀ ਉਹ ਪਾਕਿਸਤਾਨ ਵਾਂਗੂ ਕਦੇ ਵੀ ਜਿਹੜਾ ਹੈਗਾ ਇੱਕ ਮਿਲਟਰੀ ਡਿਕਟੇਟਰਸ਼ਿਪ ਦੇ ਅੰਡਰ ਨਹੀਂ ਰਹੀ, ਬਲਕਿ ਉੱਥੇ ਹਮੇਸ਼ਾ ਹੀ ਡੈਮੋਕ੍ਰੇਟਿਕ ਵੇ ਦੇ ਨਾਲ ਜਿਹੜਾ ਹੈਗਾ ਹਰ 6 ਸਾਲ ਬਾਅਦ ਜਿਹੜਾ ਹੈਗਾ ਉਹ ਇਲੈਕਸ਼ਨ ਹੁੰਦੀਆਂ ਹੈਗੀਆਂ ਤਾਂ ਕਿ ਪ੍ਰੈਜ਼ੀਡੈਂਟ ਨੂੰ ਇਲੈਕਟ ਕੀਤਾ ਜਾ ਸਕੇ, ਔਰ ਪੂਰੀ ਤਰ੍ਹਾਂ ਪ੍ਰੋਪਰਲੀ ਦਿਖਾਇਆ ਜਾਂਦਾ ਸੀਗਾ ਕਿ ਉਹ ਉੱਥੇ ਇੱਕ ਡੈਮੋਕ੍ਰੇਟਿਕ ਗਵਰਨਮੈਂਟ ਹੈ। ਔਰ ਲਗਾਤਾਰ 2000 ਤੱਕ ਯਾਨੀ ਕਿ 2000 ਤੱਕ ਜਿਹੜਾ ਹੈ ਉਹ ਇਲੈਕਸ਼ਨਸ ਜਿੰਨੇ ਵੀ ਹੁੰਦੇ ਰਹੇ ਉਹਨਾਂ ਨੂੰ ਇੱਕ ਹੀ ਪਾਰਟੀ ਜਿਹੜੀ ਸੀਗੀ ਉਹ ਜਿੱਤਦੀ ਰਹੀ, ਔਰ ਕਿਹੜੀ ਪਾਰਟੀ ਸੀਗੀ ਉਹ PRI ਇੰਸਟੀਟਿਊਸ਼ਨਲ
ਰੈਵੋਲੂਸ਼ਨਰੀ ਪਾਰਟੀ ਹੈ ਬੇਟਾ, ਉਹ ਪਾਰਟੀ ਸੀਗੀ ਜਿਹਨੇ ਕਿ ਮੈਕਸੀਕੋ ਦੀ ਲਿਬਰੇਸ਼ਨ ਦੇ ਵਿੱਚ, ਉਹਨੂੰ ਇੰਡੀਪੈਂਡੈਂਸ ਮਿਲਣ ਦੇ ਵਿੱਚ ਕਾਫੀ ਜ਼ਿਆਦਾ ਹੈਲਪ ਕੀਤੀ ਸੀਗੀ, ਕਾਫੀ ਜ਼ਿਆਦਾ ਸਟਰਗਲ ਕੀਤੀ ਸੀਗੀ, ਠੀਕ ਹੈ। ਸੋ ਇਹ ਵਾਲੀ ਪਾਰਟੀ ਜਦੋਂ ਤੋਂ 1930 ਤੋਂ ਉਹਨਾਂ ਨੂੰ ਇੰਡੀਪੈਂਡੈਂਸ ਮਿਲਦੀ ਹੈ, ਕੰਟੀਨਿਊਸਲੀ ਇਹ ਪਾਰਟੀ ਜਿਹੜੀ ਆ ਉਹ ਰੂਲ ਕਰਦੀ ਹੈ, ਔਰ 2000 ਤੱਕ ਇਸੇ ਹੀ ਪਾਰਟੀ ਦਾ ਰੂਲ ਕੰਟੀਨਿਊਸਲੀ ਚੱਲਦਾ ਰਹਿੰਦਾ ਹੈ। ਬਟ ਕੀ ਲੋਕ ਇਸ ਪਾਰਟੀ ਨੂੰ ਇੰਨਾ ਜ਼ਿਆਦਾ ਪਸੰਦ ਕਰਦੇ ਸੀਗੇ? ਨਹੀਂ, ਇਹਦੇ ਪਿੱਛੇ ਕੁਝ ਰੀਜ਼ਨ ਸੀਗੇ, ਕੁਝ ਐਵੇਂ ਦੇ ਟ੍ਰਿਕਸ ਜਿਹੜੇ ਸੀਗੇ ਉਹ PRI ਪਾਰਟੀ ਜਿਹੜੀ ਸੀਗੀ ਉਹ ਯੂਜ਼ ਕਰ ਰਹੀ ਸੀਗੀ, ਜਿਹਦਾ ਕਰਕੇ ਕੰਟੀਨਿਊਸਲੀ ਉਹ ਇਲੈਕਸ਼ਨਸ ਨੂੰ ਵਿਨ ਕਰ ਰਹੀ ਸੀਗੀ। ਕਿਹੜੇ ਕਿਹੜੇ ਟ੍ਰਿਕਸ ਸੀਗੇ? ਜਿਵੇਂ ਫਸਟ ਆਫ ਆਲ ਦੇਖੋ ਕਿ ਜਿੰਨੇ ਵੀ ਗਵਰਨਮੈਂਟ ਇੰਪਲੋਈਜ਼ ਸੀਗੇ, ਜਿਹੜੇ ਗਵਰਨਮੈਂਟ ਆਫਿਸਰਸ ਦੇ ਵਿੱਚ ਕੰਮ ਕਰਦੇ ਸੀਗੇ, ਉਹਨਾਂ ਨੂੰ ਜਿਹੜੀਆਂ ਪਾਰਟੀ ਮੀਟਿੰਗਸ ਹੁੰਦੀਆਂ ਸੀਗੀਆਂ ਉਹਨਾਂ ਨੂੰ ਅਟੈਂਡ ਕਰਨਾ ਕੰਪਲਸਰੀ ਕੀਤਾ ਗਿਆ ਸੀਗਾ, ਕਿਉਂਕਿ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਸੀਗਾ ਉਹ ਤੋਂ ਐਬਸੈਂਟ ਨਹੀਂ ਹੋ ਸਕਦੇ। ਸਪੋਜ਼ ਅਗਰ ਤੁਸੀਂ ਇੱਕ ਗਵਰਨਮੈਂਟ ਇੰਪਲੋਈ ਹੋ ਔਰ ਤੁਸੀਂ ਮੀਟਿੰਗਸ ਅਟੈਂਡ ਕਰ ਰਹੇ ਹੋ, ਇਟ ਮੀਨਸ ਕਿ ਤੁਸੀਂ ਉਸ ਪਾਰਟੀ ਦੇ ਏਜੰਡਾ ਦੇ ਨਾਲ, ਉਸ ਪਾਰਟੀ ਦੇ ਨਾਲ ਸਹਿਮਤ ਹੋ, ਐਗਰੀ ਕਰਦੇ ਹੋ। ਔਰ ਅਗਰ ਤੁਸੀਂ ਉਹਨੂੰ ਸਪੋਜ਼ ਕਰੋ ਕਿ ਨਹੀਂ ਮੰਨਦੇ, ਅਗਰ ਤੁਸੀਂ ਕ੍ਰਿਟੀਸਾਈਜ਼ ਕਰ ਰਹੇ ਹੋ, ਦੈਨ ਤੁਹਾਡੀ ਜਿਹੜੀ ਜੌਬ ਹੈ ਉਹ ਚਲੀ ਜਾਏਗੀ, ਜਾਂ ਤੁਹਾਨੂੰ ਹੋਰ ਕਈ ਤਰ੍ਹਾਂ ਦੇ ਨੁਕਸਾਨ ਜਿਹੜੇ ਨੇ ਉਹ ਚੱਲਣੇ ਪੈ ਸਕਦੇ ਆ, ਠੀਕ ਹੈ। ਸੈਕਿੰਡ ਉਹਨਾਂ ਦਾ ਪ੍ਰੋਪਾਗੈਂਡਾ ਜਿਹੜਾ ਯੂਜ਼ ਕਰਦੇ, ਸੈਕਿੰਡ ਟ੍ਰਿਕ ਸੀਗੀ, ਦੈਟ ਵਾਜ਼ ਟੀਚਰਸ ਆਫ ਗਵਰਨਮੈਂਟ ਸਕੂਲਸ ਯੂਜ਼ ਟੂ ਫੋਰਸ ਪੇਰੈਂਟਸ ਟੂ ਵੋਟ ਫॉर ਦਾ PRI। ਸੋ ਜਿਹੜੇ ਸਰਕਾਰੀ ਸਕੂਲਾਂ ਦੇ ਜਿਹੜੇ ਟੀਚਰਸ ਹੁੰਦੇ ਸੀ, ਗਵਰਨਮੈਂਟ ਸਕੂਲਸ ਦੇ ਟੀਚਰਸ ਸੀਗੇ, ਉਹਨਾਂ ਨੂੰ ਕੀ ਫੋਰਸ ਕਰਨ ਲਈ ਕਿਹਾ ਜਾਂਦਾ ਹੈਗਾ ਕਿ ਉਹ ਪੇਰੈਂਟਸ ਨੂੰ, ਬੱਚਿਆਂ ਦੇ ਪੇਰੈਂਟਸ ਨੂੰ ਫੋਰਸ ਕਰਨ ਕਿ ਉਹ ਇਸੇ ਹੀ ਪਾਰਟੀ ਨੂੰ ਕੰਟੀਨਿਊਸਲੀ ਵੋਟ ਦੇਣ, ਠੀਕ ਹੈ। ਔਰ ਥਰਡ ਵਨ ਕੀ ਹੈਗਾ? ਮੀਡੀਆ। ਮੀਡੀਆ ਜਿਹੜਾ ਹੈ ਉਹਦੀ ਇੰਡੀਪੈਂਡੈਂਸ ਜਿਹੜੀ ਹੈ, ਇੰਪਾਰਸ਼ੀਅਲਿਟੀ ਬਹੁਤ ਜ਼ਰੂਰੀ ਹੈ ਅਗਰ ਆਪਾਂ ਇੱਕ ਡੈਮੋਕ੍ਰੇਟਿਕ ਗਵਰਨਮੈਂਟ ਨੂੰ ਮੇਨਟੇਨ ਕਰਨਾ ਚਾਹੁੰਦੇ ਹਾਂ ਤੇ, ਠੀਕ ਹੈ। ਸੋ ਮੀਡੀਆ ਕੀ ਕਰਦਾ ਪਿਆ ਸੀਗਾ? ਮੀਡੀਆ ਜਿਹੜਾ ਸੀਗਾ ਉਹ ਜਿਹੜੀਆਂ ਓਪੋਜੀਸ਼ਨ ਦੀਆਂ ਸਾਰੀਆਂ ਦੇ ਸਾਰੀਆਂ ਐਕਟੀਵਿਟੀਜ਼ ਸੀਗੀਆਂ ਉਹਨਾਂ ਨੂੰ ਕਿਸੇ ਨੂੰ ਦਿਖਾਉਂਦਾ ਨਹੀਂ ਸੀਗਾ, ਲੋਕਾਂ ਤੱਕ ਨਹੀਂ ਪਹੁੰਚਾਉਂਦਾ। ਸੈਕਿੰਡ ਥਿੰਗ ਕੀ ਹੈਗੀ ਕਿ ਉਹ ਕੰਟੀਨਿਊਸਲੀ ਸਿਰਫ ਓਪੋਜੀਸ਼ਨ ਨੂੰ ਕ੍ਰਿਟੀਸਾਈਜ਼ ਕਰਨ ਦਾ ਕੰਮ ਕਰਦਾ ਸੀਗਾ, ਜਿਵੇਂ ਗਵਰਨਮੈਂਟ ਕਹਿੰਦੀ ਸੀਗੀ। ਐਂਡ ਨੈਕਸਟ ਟ੍ਰਿਕ ਵਾਜ਼ ਪੋਲਿੰਗ ਬੂਥਸ ਵਰ ਸ਼ਿਫਟਡ ਫਰੋਮ ਵਨ ਪਲੇਸ ਟੂ ਅਨਦਰ, ਠੀਕ ਹੈ। ਕਈ ਵਾਰ ਕੀ ਹੁੰਦਾ ਸੀਗਾ ਕਿ ਜਿਹੜੇ ਇਲੈਕਸ਼ਨਸ ਹੋਣ ਵਾਲੇ ਹੁੰਦੇ ਸੀਗੇ ਉਸੇ ਟਾਈਮ ਤੇ ਇਮੀਡੀਏਟਲੀ ਜਿਹੜਾ ਸੀਗਾ ਉਹ ਜਿਹੜੇ ਪੋਲਿੰਗ ਬੂਥ ਸੀਗੇ ਉਹਨਾਂ ਨੂੰ ਚੇਂਜ ਕਰਕੇ ਕਿਤੇ ਦੂਸਰੀ ਜਗ੍ਹਾ ਤੇ ਸ਼ਿਫਟ ਕਰ ਦਿੱਤਾ ਜਾਂਦਾ ਸੀਗਾ। ਅਗਰ ਗਵਰਨਮੈਂਟ ਨੂੰ ਲੱਗ ਰਿਹਾ ਕਿ ਇਸ ਏਰੀਆ ਦੇ ਵਿੱਚ ਸਾਨੂੰ ਚੰਗੀ ਤਰ੍ਹਾਂ ਵੋਟਸ ਨਹੀਂ ਮਿਲਦੀਆਂ, ਦੈਨ ਉਹ ਉਸ ਏਰੀਆ ਦੇ ਵਿੱਚ ਜਾ ਕੇ ਆਪਣਾ ਪੋਲਿੰਗ ਬੂਥ ਸ਼ਿਫਟ ਕਰ ਲੈਂਦੇ ਹੁੰਦੇ ਸੀਗੇ ਜਿੱਥੇ ਉਹਨਾਂ ਦਾ ਜ਼ਿਆਦਾ ਪ੍ਰਭਾਵ ਸੀਗਾ, ਜ਼ਿਆਦਾ ਡੋਮੀਨੈਂਸ ਸੀਗਾ, ਤਾਂ ਕਿ ਲੋਕ ਡਰਦੇ ਵੀ ਉੱਥੇ ਜਾਂ ਤੇ ਵੋਟ ਪਾਉਣ ਜਾਣ ਹੀ ਨਾ, ਅਗਰ ਜਾਣ ਦੈਨ ਉਹ ਉਹਨਾਂ ਦੇ ਹੱਕ ਦੀ ਵੋਟ ਪਾਉਣ, ਠੀਕ ਹੈ। ਸੋ ਇਲੈਕਸ਼ਨਸ ਹੋ ਰਹੇ ਨੇ, ਲੋਕ ਰਿਪਰੈਜ਼ੈਂਟੇਟਿਵਸ ਚੁਣ ਰਹੇ ਨੇ, ਪਰ ਕੀ ਇਹ ਇੱਕ ਰੀਅਲ ਡੈਮੋਕ੍ਰੇਸੀ ਹੈ? ਫ੍ਰੀ ਐਂਡ ਫੇਅਰ ਇਲੈਕਸ਼ਨਸ ਹੈ? ਸੋ ਕੀ ਆਪਾਂ ਕਹਿ ਸਕਦੇ ਹਾਂ ਕਿ ਦੈਟ ਇਜ਼ ਅ ਡੈਮੋਕ੍ਰੇਟਿਕ ਗਵਰਨਮੈਂਟ, ਠੀਕ ਹੈ। ਸੋ ਨੈਕਸਟ ਹੈ ਬੇਟਾ ਕਿ ਚਾਈਨਾ ਦੀ ਗੱਲ ਕਰਦੇ, ਚਾਈਨਾ ਵਿੱਚ ਵੀ ਲੋਕਾਂ ਕੋਲ ਕੋਈ ਚੋਇਸ ਹੀ ਨਹੀਂ ਹੈ, ਇਲੈਕਸ਼ਨ ਹੋ ਰਹੇ ਨੇ, ਇੱਕ ਹੀ ਪਾਰਟੀ ਦੇ ਕੈਂਡੀਡੇਟਸ ਬਾਰ-ਬਾਰ ਇਲੈਕਸ਼ਨਸ ਕੰਟੈਸਟ ਕਰ ਰਹੇ ਨੇ। ਔਰ ਮੈਕਸੀਕੋ ਹੈ, ਮੈਕਸੀਕੋ ਦੇ ਵਿੱਚ ਕਿਸੇ ਦੂਸਰੀ ਪਾਰਟੀ ਲਈ ਕੋਈ ਜਗ੍ਹਾ ਹੀ ਨਹੀਂ ਹੈ, ਓਪੋਜੀਸ਼ਨ ਨੂੰ ਕੋਈ ਥਾਂ ਹੀ ਨਹੀਂ ਦਿੱਤੀ ਜਾ ਰਹੀ। ਡਿਫਰੈਂਟ ਟ੍ਰਿਕਸ ਯੂਜ਼ ਕਰਕੇ ਜਿਹੜਾ ਹੈ ਕੰਟੀਨਿਊਸਲੀ ਇੱਕ ਹੀ ਪਾਰਟੀ ਜਿਹੜੀ ਉਹ ਆਪਣੀ ਗਵਰਨਮੈਂਟ ਨੂੰ ਮੇਨਟੇਨ ਕੀਤੇ ਹੋਏ ਆ, ਠੀਕ ਹੈ। ਸੋ ਐਵੇਂ ਦੇ ਜਿਹੜੀਆਂ ਕੰਡੀਸ਼ਨਸ ਨੇ, ਐਵੇਂ ਦੇ ਜਿਹੜੇ ਹਾਲਾਤ ਨੇ, ਇਹਨਾਂ ਵਿੱਚ ਵੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹ ਇੱਕ ਡੈਮੋਕ੍ਰੇਟਿਕ ਗਵਰਨਮੈਂਟ ਹੈ ਜਾਂ ਇੱਕ ਡੈਮੋਕ੍ਰੇਸੀ ਦੀ ਜਿਹੜੀ ਆ ਉਹ ਐਗਜ਼ੈਕਟ ਡੈਫੀਨੇਸ਼ਨ ਹੈਗੀ ਹੈ, ਠੀਕ ਹੈ। ਸੋ ਇਹ ਆਪਣੀ ਫੀਚਰ ਕੀ ਹੈ? ਅ ਡੈਮੋਕ੍ਰੇਸੀ ਮਸਟ ਬੀ ਬੇਸਡ ਔਨ ਅ ਫ੍ਰੀ ਐਂਡ ਫੇਅਰ ਇਲੈਕਸ਼ਨ ਵੇਅਰ ਦੋਜ਼ ਕਰੰਟਲੀ ਇਨ ਪਾਵਰ ਹੈਵ ਅ ਫੇਅਰ ਚਾਂਸ ਆਫ ਲੌਸਿੰਗ। ਮਤਲਬ ਕਿ ਡੈਮੋਕ੍ਰੇਸੀ ਉਹ ਵਾਲੀ ਗਵਰਨਮੈਂਟ ਹੈ ਜਿੱਥੇ ਕਿ ਜਿਹੜਾ ਰੂਲ ਕਰ ਰਹੀ ਪਾਰਟੀ ਹੈ, ਜਿਹੜੀ ਪਾਰਟੀ ਦੀ ਸਰਕਾਰ ਹੈ, ਉਹਨਾਂ ਦਾ ਪੂਰਾ ਇਹ ਲੱਗਦਾ ਹੋਵੇ ਕਿ ਉਹ ਵੀ ਇਲੈਕਸ਼ਨਸ ਹਾਰ ਸਕਦੇ ਨੇ। ਇਹ ਨਹੀਂ ਕਿ ਜਿਹੜੀ ਪਾਰਟੀ ਰਾਜ ਕਰਦੀ ਪਈ ਹੈ, ਜਿਹੜੀ ਪਾਰਟੀ ਗਵਰਨਮੈਂਟ ਬਣਾ ਕੇ ਬੈਠੀ ਹੋਈ ਆ, ਉਹੀ ਜਿੱਤੇਗੀ, ਬਾਰ-ਬਾਰ ਉਹੀ ਜਿੱਤੀ ਜਾਏਗੀ, ਠੀਕ ਹੈ। ਲੋਕੀ ਦੂਸਰੀ ਪਾਰਟੀ ਨੂੰ ਕਦੀ ਮੌਕਾ ਨਹੀਂ ਦੇਣਗੇ ਜਾਂ ਉਹ ਪਾਰਟੀ ਕਦੀ ਹਾਰੇਗੀ ਨਹੀਂ। ਦੈਨ ਇਹ ਵਾਲਾ ਜਿਹੜਾ ਪ੍ਰੋਸੈਸ, ਇਵੇਂ ਦੇ ਪ੍ਰੋਸੈਸ ਨੂੰ ਕੈਰੀ ਕਰਨਾ ਵੀ ਆਪਾਂ ਕਹਿ ਨਹੀਂ ਸਕਦੇ ਕਿ ਇੱਕ ਗਵਰਨਮੈਂਟ ਡੈਮੋਕ੍ਰੇਟਿਕ ਪ੍ਰੋਸੈਸ ਹੈ, ਜਾਂ ਇਵੇਂ ਦੇ ਪ੍ਰੋਸੈਸ ਦੇ ਥਰੂ ਜਿਹੜੇ ਚੁਣ ਕੇ ਆਏ ਮੈਂਬਰਸ ਨੇ, ਇਲੈਕਟਡ ਰਿਪਰੈਜ਼ੈਂਟੇਟਿਵਸ ਨੇ, ਉਹ ਰੀਅਲ ਦੇ ਵਿੱਚ ਲੋਕਾਂ ਦੇ ਰਿਪਰੈਜ਼ੈਂਟੇਟਿਵਸ ਨੇ ਜਾਂ ਲੋਕਾਂ ਨੂੰ ਰਿਪਰੈਜ਼ੈਂਟ ਕਰਦੇ ਪਏ ਨੇ, ਠੀਕ ਹੈ। ਕਿਉਂਕਿ ਡਿਫਰੈਂਟ ਤਰ੍ਹਾਂ ਦੇ ਟ੍ਰਿਕਸ ਯੂਜ਼ ਕਰਕੇ ਲੋਕਾਂ ਦੇ ਕੋਲੋਂ ਇੱਕ ਤਰੀਕੇ ਨਾਲ ਆਪਾਂ ਕਹਿ ਸਕਦੇ ਕਿ ਫੋਰਸਫੁਲੀ ਜਿਹੜਾ ਹੈ ਇੱਕ ਪਾਰਟੀ ਨੂੰ ਵੋਟਸ ਦਵਾਈਆਂ ਜਾਂਦੀਆਂ ਨੇ, ਇੱਕ ਪਾਰਟੀ ਦੇ ਫੇਵਰ ਦੇ ਵਿੱਚ ਸਾਰਾ ਦਾ ਸਾਰਾ ਇਲੈਕਸ਼ਨ ਸਿਸਟਮ ਜਿਹੜਾ ਖੜਾ ਕਰ ਦਿੱਤਾ ਜਾਂਦਾ ਹੈ। ਤੇ ਇਹਦੇ ਨਾਲ ਕੀ ਹੁੰਦਾ ਹੈ ਕਿ ਆਪਾਂ ਉਹ ਇਲੈਕਸ਼ਨ ਤੋਂ ਫੇਅਰ ਨਹੀਂ ਰਹਿ ਜਾਂਦੇ। ਜਦੋਂ ਆਪਾਂ ਦੂਸਰੇ ਪਰਸਨ ਨੂੰ ਮੌਕਾ ਨਹੀਂ ਦੇ ਰਹੇ, ਉਹ ਪਰਸਨ ਨੂੰ ਆਪਾਂ ਇੱਕਦਮ ਪਿੱਛੇ ਧੱਕ ਕੇ ਆਪਣੀ ਮਰਜ਼ੀ ਦੇ ਅਕੋਰਡਿੰਗ ਸਾਰਾ ਸਿਸਟਮ ਹੈਂਡਲ ਕਰ ਰਹੇ ਹਾਂ, ਦੈਨ ਵੀ ਕਾਂਟ ਸੇ that is a free and fair elections. Okay, so this was the second feature of the democracy.
ਅਗਰ ਇਲੈਕਸ਼ਨਸ ਜਿਹੜੇ ਨੇ ਫ੍ਰੀ ਔਰ ਫੇਅਰ ਹੋ ਰਹੇ ਨੇ, ਠੀਕ ਹੈ, ਔਰ ਜਿਹੜੀ ਪਾਰਟੀ ਰਾਜ ਕਰ ਰਹੀ ਹੈ, ਜਿਹੜੀ ਪਾਰਟੀ ਦੀ ਗਵਰਨਮੈਂਟ ਹੈ, ਉਹ ਵੀ ਅਗਰ ਹਾਰ ਸਕਦੀ ਹੈ ਜਾਂ ਉਹਦੇ ਚਾਂਸਸ ਨੇ ਹਾਰਨ ਦੇ ਜਾਂ ਉਹ ਹਾਰ ਜਾਂਦੀ ਹੈ, ਦੈਨ ਇਵੇਂ ਦੇ ਜਿਹੜੇ ਕੰਡੀਸ਼ਨਸ ਨੇ ਉਹਨੂੰ ਆਪਾਂ ਕਹਿ ਸਕਦੇ ਹਾਂ ਕਿ ਉਹ ਜਿਹੜੇ ਇਲੈਕਸ਼ਨਸ ਹੋਏ ਨੇ ਉਹ ਬਿਲਕੁਲ ਫ੍ਰੀ ਐਂਡ ਫੇਅਰ ਨੇ ਔਰ ਬਿਲਕੁਲ ਜਸਟੀਫਾਈ ਕਰਦੇ ਨੇ, ਠੀਕ ਹੈ। ਬਟ ਇਹਦਾ ਮਤਲਬ ਇਹ ਨਹੀਂ ਬੇਟਾ ਕਿ ਜਿਹੜੀ ਗਵਰਨਮੈਂਟ ਦਾ ਰਾਜ ਚੱਲਦਾ ਪਿਆ ਉਹ ਜ਼ਰੂਰੀ ਹਾਰੀ ਜਾਵੇ। ਅਗਰ ਲੋਕ ਉਹਨਾਂ ਦੇ ਕੰਮ ਨੂੰ ਪਸੰਦ ਕਰਦੇ ਆ, ਅਗਰ ਲੋਕ ਉਹਦੇ ਫੇਵਰ ਵਿੱਚ ਆ, ਦੈਨ ਉਹ ਜਿੱਤ ਵੀ ਸਕਦੀ ਹੈ। ਬਟ ਇਹਦਾ ਮਤਲਬ ਇਹ ਨਹੀਂ ਕਿ ਉਹ ਲੋਕਾਂ ਦੇ ਕੋਲ ਕੋਈ ਚੋਇਸ ਹੀ ਨਾ ਰਹੇ, ਠੀਕ ਹੈ। ਲੋਕਾਂ ਕੋਲ ਜ਼ਬਰਦਸਤੀ ਵੋਟ ਪਵਾਏ ਜਾਣ ਔਰ ਫਿਰ ਉਹ ਪਾਰਟੀ ਜਿੱਤੇ, ਦੈਨ ਫਿਰ ਆਪਾਂ ਉਹਨਾਂ ਨੂੰ ਕਹਿ ਸਕਦੇ ਕਿ ਉਹ ਡੈਮੋਕ੍ਰੇਟਿਕ ਇਲੈਕਸ਼ਨਸ ਨੇ, ਠੀਕ ਹੈ। ਸੋ ਦੈਟ ਵਾਜ਼ ਆਵਰ ਸੈਕੰਡ ਫੀਚਰ ਐਂਡ ਨੈਕਸਟ ਵਨ ਵੀ ਵਿਲ ਡਿਸਕਸ ਇਨ ਆਵਰ ਨੈਕਸਟ ਵੀਡੀਓ। ਥੈਂਕ ਯੂ।